सतनाम श्री वाहिगुरु जी। डंडाउत बंदन अनकबार, सर्ब कला समरथ डोलन ते राखो प्रभु। नानक दे कर हथ डोलन ते राखो प्रभु। नानक दे कर हथ। वाहिगुरु जी का खालसा वाहिगुरु जी की फतेह। परम सन्मानयोग सतगुरु सच्चे पातशाह जी की साजी अते नवाजी हुई गुरु प्यारी गुरु सवारी साध संगत जी, आओ बड़े प्रेम अते एकाग्रता दे नाल आदि श्री गुरु ग्रंथ साहिब महाराज जी की चल रही लड़ीवार पावन पवित्र कथा वार्ता के तहत अज आपां सतगुरु सच्चे पातशाह जी के पावन पवित्र 7वें अंग के उपर जो बाणी सुभाईमान है उस पावन बाणी के दर्शन करने हैं। आपां पढ़दे हां, गुर का दर्शन देख देख जीवां, गुर के चरण धोए धोए पीवां। कि जदों आपां गुरुद्वारा साहब जाके सतगुरु जी नूं मत्था टेक के परिक्रमा करके जां रुमाला चुक के महाराज का स्वरूप वेख लिया कि इस दर्शन की गल कीती है, ये तो बाहरी दर्शन है जिहदे नाल सानूं सुकून मिलदा है, साडी जन्मां जन्मां दी मैल लथदी है, ज्ञान हुंदा है। वो किहड़ा दर्शन है? वो दर्शन है गुरु ग्रंथ साहिब महाराज जी की पावन बाणी नूं कन्नां नाल सुनना, ध्यान ला के नेत्रां नाल दर्शन करने, जुबान दे नाल पढ़ना ते सुरत नाल विचारना। ते धन गुरु ग्रंथ साहिब जी की लड़ीवार जिहड़ी कथा है, ਜਿਹੜੇ बड़भागी मनुख समय चो समा कढ़ के इनू प्रेम ते शरधा नाल बैठ के सुनते ने। इत्थे ते प्यारे एक शब्द दे नाल जीवन बदल जाता है। सोच के वेखो, धन गुरु ग्रंथ साहिब जी की लड़ीवार कथा सरवण करन दे नाल जीवन किन्ना उचाइयां ते जाएगा। इस करके आओ एकाग्रता बनाउण दा यतन करिए। अज दे प्रकरण दे अंदर सतगुरु सच्चे पातशाह जी अपनी मुबारक रचना द्वारा उच्चारण करदे हन। आदेश तिसै आदेश आद अनील अनाद अनाहत जुग जुग एको वेस। सतगुरु जी कहते जे तुसी चाहुंदे हो हे सिद्धो, जे तुसी चाहुंदे हो भी साडी सुरत विचों कूड़ दी कंध समाप्त हो जाए, जिस कूड़ दी कंध दे विचाले होण करके सानू परमात्मा दे दर्शन नहीं हो रहे, तां तुसी उस अकाल पुरख नूं प्रणाम करो, उहनूं नमस्कार करो। नमस्कार तिस ही को हमारी सकल प्रजा जन आप सवारी। सतगुरु जी कहते आद अनील अनाद अनाहत, जो सारियां दा मुੱਢ है, शिरोमणी है, जो शुद्ध स्वरूप है, जिसदा कोई भी आपदा कोई उहदा मुੱਢ नहीं, अपने आप तो सुते प्रकाश है, जो नाश तो रहत है ते सदा इक्को जिहा है, इक्को स्वरूप है।
ਤੇ ਹੈ ਨਿਤ ਨਵਾਂ, ਸਾਹਿਬ ਮੇਰਾ ਨੀਤ ਨਵਾ। ਏਕਾ ਮਾਈ ਜੁਗਤ ਬਿਆਈ, ਤਿੰਨ ਚੇਲੇ ਪਰਵਾਨ। ਸਤਿਗੁਰੂ ਜੀ ਕਹਿੰਦੇ ਲੋਕਾਂ ਦਾ ਆਮ ਕਰਕੇ ਖਿਆਲ ਹੈ, ਖਿਆਲ ਕੀ ਹੈ ਵੀ ਇਕੱਲੀ ਮਾਇਆ ਜਿਹੜੀ ਇਹ ਕਿਸੇ ਜੁਗਤੀ ਦੇ ਨਾਲ ਪ੍ਰਸੂਤ ਹੋਈ ਹੈ ਤੇ ਪ੍ਰਤੱਖ ਤੌਰ ਤੇ ਇਸਨੇ 3 ਪੁੱਤਰ ਪੈਦਾ ਕੀਤੇ ਨੇ। ਕਿਹੜੇ? ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਉਹਨਾਂ ਵਿੱਚੋਂ ਇੱਕ ਬ੍ਰਹਮਾ ਜਿਹੜਾ ਕਿ ਸ੍ਰਿਸ਼ਟੀ ਦੇ ਜੀਵ ਜਨਤਾ ਨੂੰ ਪੈਦਾ ਕਰਦਾ ਹੈ, ਇੱਕ ਵਿਸ਼ਨੂੰ ਦੇਵਤਾ ਜਿਹੜਾ ਕਿ ਭੰਡਾਰੇ ਦਾ ਮਾਲਕ ਹੈ, ਜੀਵਾਂ ਨੂੰ ਰਿਜ਼ਕ ਦਿੰਦਾ ਹੈ, ਇੱਕ ਸ਼ਿਵ ਦੇਵਤਾ ਜਿਹੜਾ ਕਿ ਕਚਹਿਰੀ ਲਾਉਂਦਾ ਹੈ, ਭਾਵ ਜੀਵਾਂ ਦੇ ਲੇਖੇ ਜੋਖਿਆਂ ਦਾ ਹਿਸਾਬ ਕਰਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਜਿਵ ਤਿਸ ਭਾਵੈ ਤੇ ਵੈ ਚਲਾਵੈ, ਜਿਵ ਹੋਵੈ ਫਰਮਾਨ। ਕਹਿੰਦੇ ਅਸਲ ਸਚਾਈ ਇਹ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਜਿਵੇਂ ਭਾਉਂਦਾ ਹੈ ਉਸੇ ਤਰ੍ਹਾਂ ਦਾ ਹੁਕਮ ਵਰਤਦਾ ਹੈ। ਮਾਇਆ ਉਸ ਅਕਾਲ ਪੁਰਖ ਨੇ ਹੀ ਪੈਦਾ ਕੀਤੀ ਹੈ, ਉਸ ਮਾਇਆ ਵਿੱਚੋਂ ਸਾਰਾ ਜਗਤ ਬਣਿਆ ਹੈ, ਦੇਵੀ ਦੇਵਤੇ ਬਣੇ ਨੇ। ਕਹਿੰਦੇ ਉਹ ਆਪ ਹੀ ਆਪਣੇ ਹੁਕਮ ਦੇ ਨਾਲ ਸ੍ਰਿਸ਼ਟੀ ਦਾ ਕਾਰਜ ਚਲਾ ਰਿਹਾ ਹੈ। ਇਹ ਜਿਹੜੇ ਬ੍ਰਹਮਾ ਵਿਸ਼ਨੂੰ ਸ਼ਿਵ ਨੇ ਇਹਨਾਂ ਦੇ ਹੱਥ ਵਸ ਕੁਝ ਨਹੀਂ, ਅਸਲ ਕੰਟਰੋਲ ਪਰਮਾਤਮਾ ਦੇ ਹੱਥ ਵਿੱਚ ਹੈ। ਉਹ ਵੇਖੈ ਓਨਾ ਨਦਰ ਨ ਆਵੈ, ਬਹੁਤਾ ਇਹ ਵਿਡਾਣ। ਇਹ ਇੱਕ ਬੜਾ ਅਚਰਜ ਕੌਤਕ ਹੈ ਕਿ ਉਹ ਹੁਕਮ ਹੈ ਜਿਹੜਾ ਹੁਕਮੀ ਹੈ ਜਿਹੜਾ ਪਰਮਾਤਮਾ ਕਹਿੰਦੇ ਸਤਿਗੁਰੂ ਜੀ ਕਹਿੰਦੇ ਵੀ ਸਾਰੇ ਜੀਵ ਜੰਤੂਆਂ ਨੂੰ, ਦੇਵੀ ਦੇਵਤਿਆਂ ਨੂੰ, ਆਪ ਕੰਮ ਕਰਦਿਆਂ ਨੂੰ, ਉਹਦਾ ਹੁਕਮ ਨਿਭਾਉਂਦਿਆਂ ਨੂੰ ਆਪ ਖੁਦ ਦੇਖ ਰਿਹਾ, ਨਜ਼ਰ ਰੱਖ ਰਿਹਾ, ਪਰ ਉਹ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹ ਵਿਡਾਣ। ਇਹ ਇੱਕ ਉਹਦਾ ਬਹੁਤ ਵੱਡਾ ਕੌਤਕ ਹੈ। ਆਦੇਸ਼ ਤਿਸੈ ਆਦੇਸ਼। ਸੋ ਇਸ ਕਰਕੇ ਉਹਦੇ ਪੈਦਾ ਕੀਤੀ ਹੋਈ ਉਹਦੀ ਕਿਰਤ ਨੂੰ ਛੱਡ ਕੇ, ਭਾਵ ਉਹਦੀ ਕਿਰਤ ਅੱਗੇ ਸੀਸ ਨਹੀਂ ਨਿਭਾਉਣਾ, ਚਾਹੇ ਉਹ ਦੇਵੀ ਦੇਵਤੇ ਨੇ, ਚਾਹੇ ਉਹ ਕੁਝ ਵੀ ਹੈ। ਉਹਦੀ ਕਿਰਤ, ਕਰਤੇ ਦੀ ਕਿਰਤ ਨੂੰ ਨਹੀਂ, ਕਰਤੇ ਨੂੰ ਨਮਸਕਾਰ ਕਰਨੀ ਹੈ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਜੋ ਸਾਰਿਆਂ ਦਾ ਮੁੱਢ ਹੈ, ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਆਪਣਾ ਮੁੱਢ ਨਹੀਂ, ਭਾਵ ਉਹ ਆਪਣੇ ਆਪ ਤੋਂ ਸੁਤੇ ਪ੍ਰਕਾਸ਼ ਹੈ, ਨਾਸ਼ ਤੋਂ ਰਹਿਤ ਹੈ ਅਤੇ ਇੱਕੋ ਜਿਹਾ ਇੱਕ ਰਸ ਹੈ। ਆਸਣ ਲੋਏ ਲੋਏ ਭੰਡਾਰ। ਅਕਾਲ ਪੁਰਖ ਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਭਵਨ ਦੇ ਵਿੱਚ ਹੈ। ਜਿੱਥੇ ਵੀ ਧਰਤੀ ਹੈ, ਕੱਲੀ ਇਹ ਮਾਤ ਲੋਕ ਨਹੀਂ, ਜਿੱਥੇ ਵੀ ਧਰਤੀ ਹੈ, ਜਿੱਥੇ ਵੀ ਜੀਵ ਜੰਤ ਨੇ, ਹੋਰ ਖੰਡਾਂ ਬ੍ਰਹਿਮੰਡਾਂ ਵਿੱਚ ਉਹਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਥਾਂ ਤੇ ਹੈ। ਹਰੇਕ ਭਵਨ ਵਿੱਚ ਇੱਕ ਅਕਾਲ ਪੁਰਖ ਦਾ ਹੀ ਭੰਡਾਰਾ ਚੱਲਦਾ ਹੈ। ਜੋ ਕਿਛ ਪਾਇਆ ਸੋ ਏਕਾ ਵਾਰ। ਕਹਿੰਦੇ ਆਪਣੇ ਭੰਡਾਰਿਆਂ ਵਿੱਚ ਉਹਨੇ ਜੋ ਕੁਝ ਵੀ ਪਾਇਆ ਇੱਕੋ ਵਾਰੀ ਪਾ ਦਿੱਤਾ, ਤੇ ਕਦੇ ਨਾ ਸਮਾਪਤ ਹੋਣ ਵਾਲੇ ਅਖੁੱਟ ਭੰਡਾਰੇ ਨੇ। ਕਰ ਕਰ ਵੇਖੈ ਸਿਰਜਣਹਾਰ। ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਇਹ ਸ੍ਰਿਸ਼ਟੀ ਦੀ ਸੰਭਾਲ ਕਰ ਰਿਹਾ ਹੈ ਤੇ ਆਪਣੇ ਕੌਤਕ ਕਰ ਕਰਕੇ ਵੇਖ ਰਿਹਾ ਹੈ। ਨਾਨਕ ਸੱਚੇ ਕੀ ਸਾਚੀ ਕਾਰ। ਹੈ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੀ ਇਹ ਕਾਰ ਸੱਚੀ ਹੈ। ਜੋ ਤੁਸੀਂ ਸ੍ਰਿਸ਼ਟੀ ਦੀ ਸੰਭਾਲ ਕਰਦੇ ਹੋ, ਭਾਵ ਇਸ ਕੰਮ ਵਿੱਚ ਕਦੇ ਉਕਾਈ ਨਹੀਂ ਆਉਂਦੀ, ਇਹ ਸਦਾ ਅਟਲ ਹੈ। ਆਦੇਸ਼ ਤਿਸੈ ਆਦੇਸ਼। ਕੇਵਲ ਉਸ ਅਕਾਲ ਪੁਰਖ ਨੂੰ ਮੇਰੀ ਨਮਸਕਾਰ ਹੈ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਜੋ ਸਭਨਾਂ ਦਾ ਮੁੱਢ ਹੈ, ਸੁਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ, ਜੋ ਨਾਸ਼ ਤੋਂ ਰਹਿਤ ਹੈ। ਉਸ ਪਰਮਾਤਮਾ ਨਾਲੋਂ ਬਿਥ ਮਟਾਉਣ ਦੇ ਲਈ ਉਹਨੂੰ ਨਮਸਕਾਰ ਕਰਨੀ ਪਏਗੀ। ਇੱਕ ਦੂਜੀ ਭਾਉ ਲੱਖੋ ਹੈ, ਲੱਖ ਹੋਵੈ ਲੱਖ ਵੀਸ। ਜੇ ਇੱਕ ਜੀਵ ਤੋਂ ਲੱਖਾਂ ਜੀਵਾਂ ਹੋ ਜਾਣ ਤੇ ਲੱਖਾਂ ਜੀਵਾਂ ਤੋਂ 20 ਲੱਖ ਜੀਵਾਂ ਬਣ ਜਾਣ ਕਿਸੇ ਮਨੁੱਖ ਦੀਆਂ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਆਪਣੀ ਮਰਜ਼ੀ ਦੇ ਨਾਲ ਗੁਰੂ ਤੋਂ ਬਿਨਾਂ ਲੱਖਾਂ ਜੀਵਾਂ ਲੈ ਕੇ ਵੀ ਤੂੰ ਉਹਦਾ ਨਾਮ ਜਪੇ ਤੇ ਤੂੰ ਕਵੇਂ ਮੈਂ ਉਹਨੂੰ ਪਾ ਲਵਾਂਗਾ, ਤਾਂ ਤੇਰੇ ਲਈ ਇਹ ਕੂੜ ਸੋਚ ਹੈ।
क्योंकि गुरु तो बिना गत नहीं। गुर बिन घोर अंधार, गुरु बिन समझ न आवे, गुर बिन सुरत न सिद्ध, गुरु बिन मुक्त न पावे। ए तराहे पत पवड़िया चढ़िया होए 21। इस रस्ते विच परमात्मा नालों अपनी दूरी मिटाउण दे लई, अकाल पुरख नूं मिलण दे लई जो पौड़ियां हन उन्हां उत्ते मैं मेरी मिटा के, अपनत मिटा के गुरु वाला बन के चढ़ सकीदा है, जिस राह ते गुरु चलण लई आखिया। सुन गल्लां आकाश की कीटा आई रीस। आपा भाव दूर करन तो बिना कहंदे अपनत दे नाल चलना ते आकाश दीयां गल्लां सुन के कीड़ियां कहण भी असीं भी आकाश तक अपड़ जावांगे, ये मूर्खता है। नानक नदरी पाई है कूड़ी कूड़ै ठीस। हे अकाल पुरख वाहिगुरू जी, जे तुहाडी मेहर दी नज़र हो जावे तां ही तुहानूं मिल सकीदा है, वरना अपने सुभाਅ अनुसार अपनी मत नाल गल्लां मारी जाणियां ये मूर्खता है। आखण जोर चुपै नह जोर। बोलण विच जे चुप रहण विच भी साडा कोई अपना इख्तियार नहीं, ना असीं उहदी मर्जी तो बिना बोलदे हां, ना असीं उहदी मर्जी तो बिना चुप रह सकते हैं। जोर न मंगण देण न जोर। ना ही मंगण दे विच साडी मर्जी चलदी है, ना किसे नूं दान देना होवे, कुछ देना होवे, ना उहदे विच साडी मर्जी दा इख्तियार है। जोर न जीवन मरण न जोर। जीवन अते मरण विच भी साडी कोई समर्था काम नहीं करदी। जोर न राज माल मनसूर। ये राज अते माल इन्हां दी प्राप्ति करन विच भी साडी मर्जी नहीं चलदी। जे उहनूं भावे, जे उहनूं भावे ते घाही नूं तख्त ते बिठा देवे, जे उहनूं भावे तां तख्त वाले नूं तख्तों ला के घाह खुदण ला देवे, ये उहदी मर्जी है। भेखारी ते राज करावे, राजा ते भिखारी, ये उहदी मर्जी है, उहदी मौज है। जो चाहे परमात्मा उही हुंदा है। जोर न सुरती ज्ञान विचार। आत्मक जागण विच ज्ञान प्राप्ति करन विच भी साडी कोई समर्था नहीं चलदी। जोर न जुगती छूटै संसार। सतगुरु जी कहंदे संसार तो छुटण दी जिहड़ी जुगती है वो भी साडे हथ वस नहीं। गुरु की किरपा नाल ये जन्म मरण कट्टिया जाता है। जिस हथ जोर कर वेखै सोए। ये सारा जोर उस अकाल पुरख वाहिगुरू गुरु परमेश्वर के हथ विच है, उही वेख रहा है। नानक उत्तम नीच ना कोए। हे नानक, वो अपने आप विच सर्वोत्तम है। उन्हें सारे मनुखा नूं उत्तम बनाया है। ना कोई नीवा है ना कोई उच्चा है। अपने कर्मां अनुसार बंदा उच्चा नीवा बनता है, सदाचारी या दुराचारी। इस करके सिमरन की बरकत के नाल जदों कोई बंदा उच्ची अवस्था ते जांदा है फिर उहदा मान सन्मान बन जाता है। राती रुती थिती वार। सतगुरु जी कहंदे रातां रुत्तां थित्तां अते बारां, पवन पानी अग्नि पाताल। हवा पानी अग अते पाताल, इन्हां सारियां दे इकट्ठ विच अकाल पुरख ने तिस विच धरती थाप रखी धर्मसाल। धरती नूं एक धर्म कमाउण वाली धर्मशाला बनाया है। आपां हुण गुरुद्वारा साहिब जाने आ, किसी धार्मिक स्थान ते जाने आ, काहदे लई? धर्म कमाउण दे लई, धर्म नाल जुड़न लई, धर्म की सोझी लैण लई। वो धर्मशाला है। ये धरती नूं एक धर्मशाला का रूप दिता है गुरु साहब ने। तिस विच जी जुगत कै रंग। इस धरती ते कई जुगतियां ते कई रंगां दे जीव वसदे हन। तिनके नाम अनेक अनंत। उन्हां दे अनंत तरह के नाम हन। करमी करमी होए विचार। इन्हां अनेकां नावां ते रंगां वाले जीवां दे आपो अपने कीते कर्मां अनुसार अकाल पुरख जी दे दर दे उत्ते नवेड़ा हुंदा है। सच्चा आप सच्चा दरबार। कहंदे इहदे विच कोई उकाई नहीं। अकाल पुरख वाहिगुरू आप सच्चा है ते उहदा दरबार भी सच्चा है।
ਤਿੱਥੈ ਸੋਹਣ ਪੰਚ ਪ੍ਰਵਾਨ। ਉਸ ਵਾਹਿਗੁਰੂ ਜੀ ਦੇ ਦਰਬਾਰ ਵਿੱਚ ਸੰਤ ਜਨ ਪ੍ਰਤੱਖ ਤੌਰ ਤੇ ਸ਼ੋਭਦੇ ਹਨ, ਸੋਹਣੇ ਲੱਗਦੇ ਹਨ। ਨਦਰੀ ਕਰਮ ਪਵੈ ਨਿਸ਼ਾਨ। ਅਤੇ ਉਹਦੀ ਮਿਹਰ ਦੀ ਨਜ਼ਰ ਕਰਨ ਵਾਲੇ ਪਰਮ ਪਿਤਾ ਪਰਮਾਤਮਾ ਜੀ ਨੇ ਜਿਹੜੇ, ਅਕਾਲ ਪੁਰਖ ਜੀ ਨੇ ਜਿਹੜੇ, ਉਹਨਾਂ ਦੀ ਬਖਸ਼ਿਸ਼ ਦੇ ਨਾਲ ਸੰਤ ਜਨਾਂ ਦੇ ਮਸਤਕ ਦੇ ਉੱਤੇ ਵਡਿਆਈ ਦੀ ਚਮਕ ਆਉਂਦੀ ਹੈ। ਉਹ ਆਪ ਕਿਰਪਾ ਕਰਦਾ ਹੈ। ਕੱਚ ਪਕਾਈ ਉਥੈ ਪਾਏ। ਇਹ ਸੰਸਾਰ ਵਿੱਚ ਕਿਸੇ ਦਾ ਵੱਡਾ ਛੋਟਾ ਅਖਵਾਉਣਾ ਕਿਸੇ ਅਰਥ ਨਹੀਂ। ਇਹਨਾਂ ਦੀ ਕਚਿਆਈ ਅਤੇ ਇਹਨਾਂ ਦੀ ਪਕਿਆਈ ਦਾ ਤਾਂ ਅਸਲ ਵਿੱਚ ਵਾਹਿਗੁਰੂ ਦੀ ਕਚਹਿਰੀ ਵਿੱਚ ਹੀ ਪਤਾ ਚੱਲਦਾ ਵੀ ਕਿਹੜਾ ਕੱਚਾ ਤੇ ਕਿਹੜਾ ਪੱਕਾ। ਨਾਨਕ ਗਿਆ ਜਾਪੈ ਜਾਏ। ਹੇ ਨਾਨਕ, ਅਕਾਲ ਪੁਰਖ ਦੇ ਦਰ ਤੇ ਗਿਆ ਹੀ ਸਮਝ ਆਉਂਦੀ ਹੈ ਕਿ ਅਸਲ ਵਿੱਚ ਕੌਣ ਪੱਕਾ ਤੇ ਕੌਣ ਕੱਚਾ। ਧਰਮ ਖੰਡ ਕਾ ਇਹੋ ਧਰਮ ਖੰਡ ਦਾ ਨਿਰਾ ਹੀ ਕਰਤੱਵ ਹੈ ਜੋ ਸਤਿਗੁਰੂ ਜੀ ਕਹਿੰਦੇ ਮੈਂ ਉੱਪਰ ਤੁਹਾਨੂੰ ਦੱਸਿਆ ਹੈ। ਗਿਆਨ ਖੰਡ ਕਾ ਖੋਹ ਕਰਮ। ਹੁਣ ਗਿਆਨ ਖੰਡ ਦੇ ਕਰਤੱਵ ਨੂੰ ਸਮਝੀਏ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਅਕਾਲ ਪੁਰਖ ਦੀ ਰਚਨਾ ਵਿੱਚ ਕਈ ਪ੍ਰਕਾਰ ਦੀਆਂ ਹਵਾਵਾਂ, ਪਾਣੀ, ਅਗਨੀਆਂ, ਕ੍ਰਿਸ਼ਨ ਅਤੇ ਸ਼ਿਵ ਹਨ। ਕੇਤੇ ਬ੍ਰਹਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ। ਕਈ ਬ੍ਰਹਮੇ ਪੈਦਾ ਕੀਤੇ ਜਿਨ੍ਹਾਂ ਦੇ ਕਈ ਰੂਪ ਰੰਗ ਬਣਾਏ ਹਨ। ਕੇਤੀਆ ਕਰਮ ਭੂਮੀ ਮੇਰ। ਕੇਤੇ ਕੇਤੇ ਧੂਪ ਦੇ। ਅਕਾਲ ਪੁਰਖ ਦੀ ਕੁਦਰਤ ਵਿੱਚ ਬੇਅੰਤ ਧਰਤੀਆਂ ਹਨ, ਬੇਅੰਤ ਮੇਰ ਪਰਬਤ ਹਨ, ਬੇਅੰਤ ਧਰੂ ਭਗਤ ਹਨ। ਕੇਤੇ ਇੰਦ ਚੰਦ ਸੂਰ। ਕੇਤੇ ਕੇਤੇ ਮੰਡਲ ਦੇਸ। ਬੇਅੰਤ ਹੀ ਇੰਦਰ ਦੇਵਤੇ, ਬੇਅੰਤ ਹੀ ਚੰਦਰਮਾ, ਬੇਅੰਤ ਹੀ ਸੂਰਜ, ਬੇਅੰਤ ਹੀ ਭਵਨ ਚੱਕਰ ਬਣਾਏ ਹਨ। ਕੇਤੇ ਸਿੱਧ ਬੁੱਧ ਨਾਥ। ਕੇਤੇ ਕੇਤੇ ਦੇਵੀ ਵੇਸ਼। ਬੇਅੰਤ ਹੀ ਸਿੱਧ ਨੇ, ਬੇਅੰਤ ਹੀ ਨਾਥ ਨੇ, ਬੇਅੰਤ ਹੀ ਬੁੱਧ ਵਰਗੇ ਅਵਤਾਰ ਨੇ, ਬੇਅੰਤ ਹੀ ਦੇਵੀ ਦੇਵਤੇ ਪਹਿਰਾਵਿਆਂ ਵਾਲੇ ਹਨ। ਕੇਤੇ ਦੇਵ ਦਾਨਵ ਮੁਨ। ਕੇਤੇ ਕੇਤੇ ਰਤਨ ਸਮੁੰਦ। ਅਕਾਲ ਪੁਰਖ ਦੀ ਰਚਨਾ ਦੇ ਅੰਦਰ ਬੇਅੰਤ ਹੀ ਦੇਵਤੇ ਅਤੇ ਦੈਂਤ ਹਨ, ਮੁਨੀ ਜਨ ਹਨ, ਬੇਅੰਤ ਪ੍ਰਕਾਰ ਦੇ ਰਤਨਾਂ ਨਾਲ ਭਰੇ ਹੋਏ ਸਮੁੰਦਰ ਹਨ। ਕੇਤੀਆਂ ਖਾਣੀ, ਕੇਤੀਆਂ ਬਾਣੀ। ਕੇਤੇ ਪਾਤ ਨਰੰਦ। ਜੀਵ ਰਚਨਾ ਦੀਆਂ ਬੇਅੰਤ ਖਾਣੀਆਂ, ਜੀਵਾਂ ਦੀਆਂ ਬੇਅੰਤ ਤਰ੍ਹਾਂ ਦੀਆਂ ਬੋਲੀਆਂ ਹਨ, ਬੇਅੰਤ ਬਾਣੀਆਂ ਸੰਸਾਰ ਤੇ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ। ਕੇਤੀਆਂ ਸੁਰਤੀ ਸੇਵਕ। ਕੇਤੇ ਨਾਨਕ ਅੰਤ ਨ ਅੰਤ। ਬੇਅੰਤ ਪ੍ਰਕਾਰ ਦੇ ਧਿਆਨ ਹਨ ਜੋ ਜੀਵ ਆਪਣੇ ਮਨ ਦੁਆਰਾ ਲਾਉਂਦੇ ਨੇ, ਬੇਅੰਤ ਉਹਦੇ ਸੇਵਕ ਨੇ। ਇਸ ਕਰਕੇ ਹੇ ਵਾਹਿਗੁਰੂ ਜੀ, ਇਹਨਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਗਿਆਨ ਖੰਡ ਦੇ ਵਿੱਚ ਭਾਵ ਮਨੁੱਖ ਦੀ ਗਿਆਨ ਦੀ ਅਵਸਥਾ ਵਿੱਚ ਜਿੱਥੇ ਮਨੁੱਖ ਪਹੁੰਚ ਕੇ ਗਿਆਨ ਰਾਹੀਂ ਬਲਵਾਨ ਹੁੰਦਾ ਹੈ, ਤਿੱਥੈ ਨਾਦ ਵਿਨੋਦ ਕੋੜ ਆਨੰਦ। ਇਸ ਅਵਸਥਾ ਵਿੱਚ ਮਾਨੋ ਸਾਰੇ ਰਾਗ ਤਮਾਸ਼ੇ, ਕੌਤਕ ਅਤੇ ਰਸ ਆਉਂਦੇ ਹਨ। ਭਾਵ ਇੱਕ ਰਸ ਅਵਸਥਾ ਹੈ ਜਿੱਥੇ ਸਾਰੇ ਆਨੰਦ ਪ੍ਰਾਪਤ ਹੁੰਦੇ ਨੇ, ਜਿਹਨੂੰ ਕਹਿੰਦੇ ਆਪਾਂ ਆਨੰਦ। ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣੇ। ਭਾਵ ਉਹ ਆਨੰਦ ਜਿਹੜਾ ਅਸੀਂ ਗੁਰੂ ਤੋਂ ਪਾਇਆ ਹੈ। ਸ਼ਰਮ ਖੰਡ ਕੀ ਬਾਣੀ ਰੂਪ। ਕਹਿੰਦੇ ਉਦਮ ਦੀ ਜਿਹੜੀ ਅਵਸਥਾ, ਉਹਦੀ ਬਨਾਵਟ ਬੜੀ ਸੁੰਦਰ ਹੈ। ਭਾਵ ਇਸ ਅਵਸਥਾ ਵਿੱਚ ਆ ਕੇ ਮਨ ਦਿਨੋਂ ਦਿਨ ਸੋਹਣਾ ਹੁੰਦਾ ਜਾਂਦਾ ਹੈ। ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਇਸ ਅਵਸਥਾ ਵਿੱਚ ਨਵੀਂ ਘਾੜਤ ਹੈ ਜਿਹੜੀ ਉਹ ਘੜੀ ਜਾਂਦੀ ਹੈ ਮਨ ਦੀ, ਤੇ ਮਨ ਨੂੰ ਘੜ ਕੇ ਇੰਨਾ ਸੋਹਣਾ ਬਣਾ ਲਿਆ ਜਾਂਦਾ ਹੈ। ਉਹ ਗੱਲ ਸਾਹਮਣੇ ਆ ਜਾਂਦੀ ਹੈ ਕਿ ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣ, ਫਿਰ ਉਹ ਆਪਣੇ ਮੂਲ ਦੀ ਪਹਿਚਾਣ ਕਰਦਾ ਹੈ ਵੀ ਮੈਂ ਤਾਂ ਵਾਕਈ ਜੋਤ ਦਾ ਰੂਪ ਹਾਂ। ਫਿਰ ਇੱਕ ਰਸ, ਇੱਕ ਜੋਤ ਬਣ ਜਾਂਦਾ ਹੈ ਉਸ ਵਾਹਿਗੁਰੂ ਵਿੱਚ ਮਿਲ ਕੇ। ਸੋ ਗੁਰੂ ਪਿਆਰਿਓ, ਆਓ ਬੜੇ ਪ੍ਰੇਮ ਦੇ ਨਾਲ ਇਸ ਅਗੰਮੀ ਬਾਣੀ ਦੀ ਵਿਚਾਰ ਨਾਲ ਜੁੜ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ। ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਦੇ ਆਪਾਂ ਪਾਤਰ ਬਣੀਏ, ਗੁਰੂ ਦੀ ਕਿਰਪਾ ਦੇ ਪਾਤਰ ਬਣੀਏ, ਆਪਣਾ ਜੀਵਨ ਸਵਾਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।